हाँ जी दोस्तों, SST ਦਾ पेपर ਸਮਾਜਿਕ ਵਿਗਿਆਨ 10ਵੀਂ ਜਮਾਤ ਵਾਲੇ ਦਾ ਪ੍ਰੀ ਬੋਰਡ ਦਾ ਪੇਪਰ ਲੈ ਕੇ ਆ ਗਏ ਹਾਂ ਜੀ। ਪੂਰਾ ਆਪਾਂ A to Z ਸੋਲਵ ਕਰਾਂਗੇ ਤੇ ਤੁਹਾਨੂੰ ਸਾਰੇ ਆਨਸਰ ਮਿਲਣਗੇ। ਚਲੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ ਬੱਚਿਓ, ਤੁਹਾਡੇ 12 ਪ੍ਰਸ਼ਨ ਆਣਗੇ ਇੱਕ ਇੱਕ ਨੰਬਰ ਦੇ। ਬਹੁਤ ਇੰਪੋਰਟੈਂਟ ਪੇਪਰ ਹੈ, ਇਹਦਾ ਆਨਸਰ ਜ਼ਰੂਰ ਤੁਸੀਂ ਕਰਕੇ ਜਾਣਾ ਪੂਰਾ A to Z। ਸੋ ਐਂਡ ਤੱਕ ਵੀਡੀਓ ਨੂੰ ਦੇਖੋ ਤੇ ਸਾਰੇ ਆਨਸਰ ਇੱਕ ਵਾਰੀ ਸਮਝ ਕੇ ਜਾਣਾ ਤੁਸੀਂ। ਓਕੇ, ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਇਹਦੇ ਵਿੱਚ। ਸੋ ਬੱਚਿਓ, ਪਹਿਲਾ ਹੈ ਕਿ ਪੰਜਾਬ ਦੇ ਵਿੱਚ ਜ਼ਮੀਨ ਦੇ ਬੰਜਰ ਹੋਣ ਦਾ ਮੁੱਖ ਕਾਰਨ ਕੀ ਹੈ। ਦੇਖੋ, ਬਾਕੀਆਂ ਜਗ੍ਹਾ ਤੇ ਤਾਂ ਜੰਗਲਾਂ ਦੀ ਕਟਾਈ ਹੈ, ਬਟ ਪੰਜਾਬ ਦੇ ਵਿੱਚ ਲੋੜ ਤੋਂ ਵੱਧ ਸਿੰਚਾਈ ਹੈ। ਠੀਕ ਹੈ, ਐੜਾ ਇਜ਼ ਅ ਰਾਈਟ ਆਨਸਰ। ਉਸ ਤੋਂ ਬਾਅਦ ਬੱਚੇ ਸੈਕਿੰਡ ਪ੍ਰਸ਼ਨ, ਬੰਬੇ ਹਾਈ ਕੀ ਹੈ। ਸੋ ਬੰਬੇ ਹਾਈ ਦਾ ਆਨਸਰ ਆਏਗਾ ਬੱਚਿਓ ਐੜਾ, ਖनिज ਤੇਲ ਉਤਪਾਦਕ ਸਥਾਨ। ਥਰਡ ਪ੍ਰਸ਼ਨ ਹੈਗਾ ਕਿ ਸਰਵਜਨਕ ਕਰਜ਼ ਕੀ ਹੈ। ਬੱਚਿਓ, ਸਰਵਜਨਕ ਕਰਜ਼ ਦੇਖੋ ਕੀ ਹੁੰਦਾ, ਸਰਕਾਰ ਦੁਆਰਾ ਲਏ ਗਏ ਸਾਰੇ ਕਰਜ਼ੇ। ਠੀਕ ਹੈ, ਐੜਾ ਇਜ਼ ਅ ਰਾਈਟ ਆਨਸਰ, ਨਹੀਂ ਊੜਾ ਇਜ਼ ਅ ਰਾਈਟ ਆਨਸਰ। ਉਸ ਤੋਂ ਬਾਅਦ ਨੈਕਸਟ ਪ੍ਰਸ਼ਨ ਹੈਗਾ ਬੱਚਿਓ, ਸਰਕਾਰ ਦੀ ਮੌਦਰਿਕ ਨੀਤੀ ਦਾ ਸੰਬੰਧ ਕਿਸ ਨਾਲ ਹੈ। ਸਰਕਾਰ ਦੀ ਆਮਦਨ, ਸਰਕਾਰ ਦੇ ਖਰਚ, ਮੁਦਰਾ ਦੀ ਮੰਗ ਅਤੇ ਪੂਰਤੀ। ਹਾਂ, ਸੋ ਈਡੀ ਇਜ਼ ਅ ਰਾਈਟ ਆਨਸਰ, ਮੁਦਰਾ ਦੀ ਮੰਗ ਅਤੇ ਪੂਰਤੀ। ਉਸ ਤੋਂ ਬਾਅਦ ਬੱਚਿਓ, ਪੰਜਵਾਂ ਪ੍ਰਸ਼ਨ ਸਾਡਾ ਹੈਗਾ ਆ ਕਿ 2011 ਦੀ ਜਨਸੰਖਿਆ ਅਨੁਸਾਰ ਪੰਜਾਬ ਵਿੱਚ ਪ੍ਰਤੀ ਹਜ਼ਾਰ ਪੁਰਸ਼ ਪਿੱਛੇ ਕਿੰਨੀਆਂ ਔਰਤਾਂ ਦੀ ਗਿਣਤੀ ਸੀ। ਸੋ ਉਸ ਟਾਈਮ ਬੱਚੇ ਔਰਤਾਂ ਦੀ ਗਿਣਤੀ ਸੀ 895। ਠੀਕ ਹੈ, ਨੈਕਸਟ ਬੱਚੇ ਛੇਵਾਂ ਪ੍ਰਸ਼ਨ ਹੈ ਕਿ ਸਾਲ 2018-19 ਵਿੱਚ ਪ੍ਰਾਥਮਿਕ ਖੇਤਰ ਦੀ ਵਿਕਾਸ ਦਰ ਕਿੰਨੀ ਸੀ। ਸੋ ਬੱਚੇ 2018-19 ਦੇ ਵਿੱਚ 4% ਸੀ। ਠੀਕ ਹੈ, ਊੜਾ ਇਜ਼ ਅ ਰਾਈਟ ਆਨਸਰ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਕਿ ਭਾਸ਼ਾ ਦੇ ਆਧਾਰ 'ਤੇ ਪੰਜਾਬ ਦਾ ਪੁਨਰਗਠਨ ਕਦੋਂ ਕੀਤਾ ਗਿਆ। ਬੱਚੇ, ਭਾਸ਼ਾ ਦੇ ਆਧਾਰ 'ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ 1 ਨਵੰਬਰ 1966 ਨੂੰ ਕੀਤਾ ਗਿਆ ਸੀਗਾ। ਠੀਕ ਹੈ, ਜਦੋਂ ਪੰਜਾਬ ਸਾਰੇ ਮਤਲਬ ਕਿ ਪੰਜਾਬ ਨੂੰ ਕਈ ਹਿੱਸਿਆਂ ਵਿੱਚ ਵੰਡ ਦਿੱਤਾ ਸੀਗਾ, ਹਿਮਾਚਲ ਬਣਾਤਾ, ਹਰਿਆਣਾ ਬਣਾਤਾ। ਠੀਕ ਹੈ, ਸੋ ਬੱਚਿਓ ਦੇਖੋ ਨੈਕਸਟ ਅਗਲਾ ਪ੍ਰਸ਼ਨ ਹੈ ਸਾਡਾ ਕਿ ਤਤਾਰ ਖਾਂ ਨੂੰ ਪੰਜਾਬ ਦਾ ਨਿਜ਼ਾਮ ਕਿਸ ਨੇ ਬਣਾਇਆ। ਸੋ ਪੰਜਾਬ ਦਾ ਨਿਜ਼ਾਮ ਕਿਸ ਨੇ ਬਣਾਇਆ ਸੀ, ਬਹਿਲੋਲ ਲੋਧੀ ਨੇ। ਠੀਕ ਹੈ, ਬਹਿਲੋਲ ਲੋਧੀ, ਜੋ ਕਿ ਊੜਾ ਇਜ਼ ਅ ਰਾਈਟ ਆਨਸਰ। ਨੈਕਸਟ ਹੈਗਾ ਬੱਚੇ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਵਿੱਚ ਸਿੱਖਾਂ ਦੀ ਅਗਵਾਈ ਕਰਨ ਲਈ ਕਿਸ ਨੂੰ ਭੇਜਿਆ। ਸੋ ਇਹ ਤਾਂ ਤੁਹਾਨੂੰ ਪਤਾ ਹੀ ਹੋਣਾ, ਬੰਦਾ ਸਿੰਘ ਬਹਾਦਰ ਜੀ ਨੂੰ। ਠੀਕ ਹੈ, ਸੋ ਸੱਸਾ ਇਜ਼ ਰਾਈਟ ਆਨਸਰ ਆਏਗਾ। ਉਸ ਤੋਂ ਬਾਅਦ ਬੱਚੇ 10ਵਾਂ ਹੈ ਕਿ ਪਹਿਲਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ। ਸੋ ਪਹਿਲਾ ਐਂਗਲੋ ਸਿੱਖ ਯੁੱਧ 1845 ਤੋਂ 46 ਦੇ ਵਿੱਚ ਹੋਇਆ ਸੀਗਾ। ਈਡੀ ਇਜ਼ ਅ ਰਾਈਟ ਆਨਸਰ, 1845 ਤੇ 46 ਦੇ ਵਿੱਚ। ਉਸ ਤੋਂ ਬਾਅਦ ਬੱਚੇ 11ਵਾਂ ਹੈਗਾ ਸਾਡਾ ਕਿ ਸਮਾਜਵਾਦੀ, ਧਰਮ ਨਿਰਪੇਖ ਅਤੇ ਰਾਸ਼ਟਰ ਦੀ ਅਖੰਡਤਾ ਦੇ ਸ਼ਬਦ ਕਿਸ ਸੋਧ ਦੁਆਰਾ ਪ੍ਰਸਤਾਵਨਾ ਵਿੱਚ ਜੋੜੇ ਗਏ। ਠੀਕ ਹੈ, ਸੋ ਇਹਦਾ ਆਨਸਰ ਆਏਗਾ ਸਾਡਾ ਈਡੀ 42ਵੀਂ ਸੋਧ ਦੇ ਅਨੁਸਾਰ। ਠੀਕ ਹੈ, 42ਵੀਂ ਸੋਧ। ਉਸ ਤੋਂ ਬਾਅਦ ਬੱਚੇ 12ਵੀਂ ਸਾਡੀ ਜਿਹੜੀ ਮਲਟੀਪਲ ਚੋਇਸ ਹੈ ਕਿ ਕਿਹੜਾ ਦੇਸ਼ ਸੰਯੁਕਤ ਰਾਸ਼ਟਰ ਦਾ ਸਥਾਈ ਮੈਂਬਰ ਨਹੀਂ ਹੈ। ਸੋ ਓਬਵੀਅਸ ਸਾਡਾ ਭਾਰਤ, ਸੱਸਾ ਇਜ਼ ਅ ਰਾਈਟ ਆਨਸਰ। ਉਸ ਤੋਂ ਬਾਅਦ ਬੱਚੇ ਭਾਗ ਐਰਾ, ਇਹਦੇ ਵਿੱਚ ਵੀ ਤੁਹਾਡੇ 12 ਪ੍ਰਸ਼ਨ ਹਨ ਇੱਕ ਇੱਕ ਨੰਬਰ ਦੇ, ਸਾਰੇ ਇੰਪੋਰਟੈਂਟ ਹਨ। ਚਲੋ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਖਾਲੀ ਥਾਵਾਂ 4 ਹੈ। ਸੋ ਬੱਚੇ ਦੇਖੋ, ਪਹਿਲੀ ਖਾਲੀ ਥਾਵਾਂ ਹੈ ਕਿ ਡੈਸ਼ ਕਾਰਨ ਤਾਪਮਾਨ ਵਧਣ ਨਾਲ ਰੇਗਿਸਤਾਨ ਵਰਗੇ ਹਾਲਾਤ ਬਣ ਸਕਦੇ ਹਨ। ਠੀਕ ਹੈ, ਸੋ ਇਹਦੇ ਵਿੱਚ ਕੀ ਹੈ, ਵਿਸ਼ਵ ਤਾਪਮਾਨ, ਗਲੋਬਲ ਵਾਰਮਿੰਗ ਜਿਹਨੂੰ ਆਪਾਂ ਕਹਿੰਦੇ ਹਾਂ। ਸੋ ਇਹਦੇ ਵਿੱਚ ਆਏਗਾ ਵਿਸ਼ਵ ਤਾਪਮਾਨ। ਸੈਕਿੰਡ ਬੱਚੋ, ਸ਼ਬਦ ਅਰਥ ਸ਼ਾਸਤਰ ਡੈਸ਼ ਭਾਸ਼ਾ ਤੋਂ ਲਿਆ ਗਿਆ ਹੈ। ਸੋ ਇਹਦੇ ਵਿੱਚ ਆਨਸਰ ਆਏਗਾ ਯੂਨਾਨੀ। ਸੈਕਿੰਡ ਦਾ ਆਨਸਰ ਕੀ ਆਏਗਾ, ਯੂਨਾਨੀ। ਥਰਡ ਬੱਚੋ, ਦੋ ਦਰਿਆਵਾਂ ਵਿਚਾਲੇ ਹਿੱਸੇ ਨੂੰ ਡੈਸ਼ ਕਹਿੰਦੇ ਹਨ, ਦੁਆਬ ਕਹਿੰਦੇ ਹਨ। ਠੀਕ ਹੈ, ਦੁਆਬ, ਦੋ ਦਰਿਆਵਾਂ ਵਿਚਾਲੇ ਧਰਤੀ ਨੂੰ ਦੁਆਬ ਕਹਿੰਦੇ ਹਨ। ਲਾਸਟ ਵਾਲਾ ਫੋਰਥ ਹੈ, ਭਾਰਤੀ ਸੰਵਿਧਾਨ ਵਿੱਚ ਡੈਸ਼ ਅਨੁਸੂਚੀਆਂ ਹਨ। ਸੋ ਭਾਰਤੀ ਸੰਵਿਧਾਨ ਵਿੱਚ ਕਿੰਨੇ ਅਨੁਸੂਚੀਆਂ ਹਨ, 12। ਠੀਕ ਹੈ, ਟੋਟਲ 12 ਅਨੁਸੂਚੀਆਂ ਹਨ। ਨੈਕਸਟ ਬੱਚਿਓ, ਸਹੀ ਗਲਤ ਦੱਸਣੇ ਆਪਾਂ। ਪਹਿਲਾ ਹੈ ਕਿ 1980 ਈਸਵੀ ਤੋਂ ਬਾਅਦ ਹੁਣ ਤੱਕ ਸਮੇਂ ਨੂੰ ਸਿਲੀਕੋਨ ਯੁੱਗ ਕਹਿੰਦੇ ਹਨ। ਓਬਵੀਅਸ ਗਲਤ ਹੈ ਯਾਰ, ਹੁਣ ਤੱਕ ਥੋੜ੍ਹੀ ਨਾ ਕਹਿੰਦੇ ਆ। ਉਸ ਤੋਂ ਬਾਅਦ ਬੱਚਿਓ ਅਗਲਾ ਹੈ ਛੇਵਾਂ
कि कुल घरेलू उत्पाद आर्थिक विकास का एक चंगा मापक है। बिल्कुल सही है, ठीक है, जिन्होंने पर GDP कहते हैं, सो बिल्कुल सही है। उस तो बाद 7वां है कि पानीपत की पहली लड़ाई 21 अप्रैल 1526 ਨੂੰ ਹੋਈ, ਇਹ भी सही है। नैक्सट प्रश्न है बच्चों, भारतीय संविधान ਵਿੱਚ 5 तरह के मौलिक अधिकार हैं, नहीं गलत है, 6 तरह के अधिकार है, तुहानू पता होना है, ठीक है। उस तो बाद बच्चों इन्हां प्रश्नों के तुसी एक एक शब्दों में आंसर देने हैं, जिमें कि BHEL का फुल फॉर्म की है। B तो मतलब भारत, ठीक है, H तो मतलब हैवी, E तो मतलब इलेक्ट्रिकलम एंड L तो मतलब लिमिटेड, ठीक है। सो भारत हैवी इलेक्ट्रिकलम लिमिटेड। उस तो बाद बच्चे नैक्सट है कि निजी खेतर तो की भाव है। सो बच्चे निजी खेतर तो भाव है पूंजीवाद खेतर, जिथे कि निजी खेतरां दा पूर्ण अधिकार हुंदा है, उत्थे प्राइवेट सैक्टर वाले यानी कि गवर्नमेंट दखलअंदाजी नहीं कर सकती ज़्यादातर, ठीक है। जिहड़े कि पूंजी कमाते हैं, पूंजीवाद तां किया जाता उन्होंने, ठीक है। सो अपना प्रॉफिट मार्जन सब ध्यान में रखते हैं। गवर्नमेंट थोड़ा रेगूलेट करती है, ज़्यादा नहीं कर सकती, सरकार का उत्थे नहीं होंदा है। सो ये पब्लिक निजी खेतर वाले ही रेगूलेट करती होंगी उन्होंने। नैक्सट है बच्चे कि महाराजा रणजीत सिंह तो बाद उसका उत्तराधिकारी कौन बनया। सो अधिकारी कौन बनया सी, सरदार खड़क सिंह, ठीक है, सरदार खड़क सिंह। नैक्सट बच्चे पंचशील तो तुहाडा की भाव है। पंचशील तो भाव है बच्चे देखो 29 अप्रैल 1954 ਵਿੱਚ पंडित जवाहर लाल नेहरू ਅਤੇ चीन ਦੇ ਜਿਹੜੇ PM ਸੀਗੇ ਚਾਓ ਇਨ लाई ने एक डील की, ठीक है, जिस ਨੂੰ ਪੰਜ ਸਿਧਾਂਤ, ਜਿਹਦੇ ਵਿੱਚ 5 ਸਿਧਾਂਤ ਸੀਗੇ, ਉਸੇ 5 ਸਿਧਾਂਤ ਦੇ ਕਰਕੇ ਇਸ ਨੂੰ ਪੰਚਸ਼ੀਲ ਨਾਮ ਦਿੱਤਾ ਗਿਆ। ਉਹਨਾਂ ਨੇ ਸਮਝੌਤਾ ਕੀਤਾ ਸੀ ਜਿਹਨੂੰ ਪੰਚਸ਼ੀਲ ਦਾ ਨਾਮ ਦਿੱਤਾ ਗਿਆ, ਠੀਕ ਹੈ, ਜਿਹਦੇ ਵਿੱਚ 5 ਸਿਧਾਂਤ ਸੀਗੇ ਤਾਂ ਕਰਕੇ ਪੰਚਸ਼ੀਲ ਦਾ ਨਾਮ ਦਿੱਤਾ ਗਿਆ। सो हाँ जी बच्चों नैक्सट ED पार्ट है जो कि बहुत इंपॉर्टेंट है। देखो 8 ऑपरेशन करने तुसी 3-3 नंबर का है, सो 24 नंबर तो इत्थों ही आ जाएंगे। सो बहुत इंपॉर्टेंट छोटे छोटे प्रश्न है, सो चंगी तरह कर लेंगे। देखो पहला है कि सुंदरबन ते नोट लिखो, दूसरा है सरहदी सड़कों का की महत्व है, तीसरा प्रश्न है E-बैंकिंग की है, चौथा प्रश्न विश्वीकरण का देश विचले छोटे उत्पादकों ते की प्रभाव पिया, पंजवां प्रश्न है गुरु नानक देव जी दे करतारपुर विखे बिताए जीवन का वेरवा दिओ, छेवां प्रश्न है श्री गुरु अमरदास जी दे विआह दियां श्री गुरु अमरदास जी ने विआह दियां रीतियां विच की सुधार कीते, सतवां प्रश्न है सिंध दी समस्या बारे दसो, अठवां प्रश्न राज दे मुख मंत्री की नियुक्ति का वर्णन करो। सो चलो आप सोल्यूशन देख लेते हैं। ओके बच्चे देखो आंसर, सुंदरबन ते नोट लिखो। उत्तर है कि सरकार द्वारा भारत विच अनेक जीव खेतर रखां स्थापित कीतियां गईयां हन, ठीक है, इन्हां विचों वख-वख थावां ते बणीਆਂ ਹਨ ताकि जंगली जीवां जंतुओं की होंद ਨੂੰ बरकरार रखा जा सके। सुंदरबन विच अजिहियां ही जीवां खेतर रखां ਹਨ जो कि साल 1999 ਵਿੱਚ स्थापित कीतियां गईयां सन। ये रोयल, ठीक है, बंगाल टाइगर की होंद कायम रखने लिए बनाई गई है। इसका खेतर 9630 वर्ग किलोमीटर है। सो बच्चे तुसी सुंदरबन ते की नोट लिखेंगे कि सुंदरबन ਨੂੰ 1999 ਵਿੱਚ, ठीक है, बनाया गया, ठीक है, ये रोयल बंगाल टाइगर की होंद ਨੂੰ कायम रखने लिए बनाया गया। इसका खेतर 9630 वर्ग किलोमीटर है, ठीक है, इतने जीव जंतुओं ਨੂੰ ਸਾਂਭੇ ਜਾਂਦੇ ਹਨ ताकि भविष्य ਲਈ ਉਹਨਾਂ ਦੀ होंद ਨੂੰ बरकरार रखा जा सके। सो बच्चे दूसरा प्रश्न है कि सरहदी सड़कों का की महत्व होंदा है। सो इसका उत्तर तुसी लिखना है कि भारत सरकार ਦਾ ਅਦਾਰਾ ਬਾਰਡਰ ਰੋਡਸ ਆਰਗੇਨਾਈਜੇਸ਼ਨ ਦੇਸ਼ ਦੇ ਸਰਹੱਦੀ ਇਲਾਕਿਆਂ ਵਿੱਚ ਸੜਕ ਬਣਾਉਣ ਤੇ ਉਹਨਾਂ ਦੀ ਸਾਂਭ ਸੰਭਾਲ ਕਰਦਾ ਹੈ, ਠੀਕ ਹੈ। ਇਹ ਸੰਗਠਨ ਦੇਸ਼ ਦੇ ਉੱਤਰੀ ਤੇ ਪੂਰਬੀ ਭਾਗ ਵਿੱਚ ਕੂਟਨੀਤਕ ਮਹੱਤਵ ਵਾਲੇ ਸਥਾਨਾਂ ਉੱਤੇ ਸੜਕਾਂ ਦੀ ਉਸਾਰੀ ਲਈ 1966 ਵਿੱਚ ਸਥਾਪਿਤ ਕੀਤਾ ਗਿਆ ਸੀ, ਠੀਕ ਹੈ। ਇਹਨਾਂ ਸੜਕਾਂ ਤੇ ਔਖੇ ਮੰਨੇ ਜਾਂਦੇ ਰਾਹਾਂ ਤੱਕ ਪਹੁੰਚ ਬਣਾ ਦਿੱਤੀ ਹੈ
ਤੇ ਇਹਨਾਂ ਇਲਾਕਿਆਂ ਦੇ ਆਰਥਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ। ਸੋ ਸਿੰਪਲ ਮਤਲਬ ਬੱਚੇ ਇਹਦਾ ਇਹੀ ਹੈ ਕਿ ਉਹਨਾਂ ਨੇ ਦੇਖੋ ਨਾ ਕੁਐਸਚਨ ਪੁੱਛਿਆ ਕਿ ਸਰਹੱਦੀ ਸੜਕਾਂ ਦਾ ਕੀ ਮਹੱਤਵ ਹੈ। ਸਰਹੱਦੀ ਸੜਕਾਂ ਦਾ ਇਹੀ ਮਹੱਤਵ ਹੁੰਦਾ ਹੈ ਕਿ ਇਹ ਔਖੇ ਜਿਹੜੇ ਰਾਸਤੇ ਹੁੰਦੇ ਨਾ ਉੱਥੇ ਤੇ ਪਹੁੰਚ ਬਣਾ ਦਿੰਦੀ ਹੈ, ਠੀਕ ਹੈ, ਅਤੇ ਉੱਥੇ ਦੇ ਇਲਾਕਿਆਂ ਦਾ ਵੀ ਵਿਕਾਸ ਹੁੰਦਾ ਹੈ। ਗੁੱਡ। ਬਸ ਇਹੀ ਹੈ। ਉਸ ਤੋਂ ਬਾਅਦ ਨੈਕਸਟ ਬੱਚੋਂ ਪ੍ਰਸ਼ਨ ਹੈ ਈ ਬੈਂਕਿੰਗ ਕੀ ਹੈ। ਸੋ ਬੱਚੇ ਈ ਬੈਂਕਿੰਗ ਅੱਜ ਕੱਲ੍ਹ ਫੋਨਾਂ 'ਤੇ ਜਿਹੜੇ ਤੁਸੀਂ ਫੋਨਪੇ ਵਗੈਰਾ ਚਲਾ ਰਹੇ ਹੋ ਇਹਨਾਂ ਨੂੰ ਈ ਬੈਂਕਿੰਗ ਕਿਹਾ ਜਾਂਦਾ ਹੈ, ਠੀਕ ਹੈ। ਸੋ ਕਹਿੰਦੇ ਅੱਜ ਕੱਲ੍ਹ ਸਾਰੇ ਬੈਂਕਾਂ ਵਿੱਚ ਈ ਬੈਂਕਿੰਗ ਦੀ ਸਹੂਲਤ ਹੈ। ਇਹ ਸਹੂਲਤ ਨਾਲ ਬੈਂਕਾਂ ਨੇ ਗ੍ਰਾਹਕ ਦੇ ਦਰਵਾਜ਼ੇ ਬੈਂਕਿੰਗ ਸਹੂਲਤਾਂ ਉਪਲਬਧ ਕਰਵਾਈਆਂ ਹਨ। ਗ੍ਰਾਹਕ ਬੈਂਕ ਸ਼ਾਖਾ ਵਿੱਚ ਬਿਨਾਂ ਗਏ, ਤੁਹਾਨੂੰ ਪਤਾ ਤੁਸੀਂ ਬੈਂਕ ਵਿੱਚ ਤਾਂ ਜਾਂਦੇ ਨਹੀਂ ਹੈ, ਠੀਕ ਹੈ, ਆਪਣੇ ਸਾਰੇ ਬੈਂਕਿੰਗ ਕਾਰਜ ਕਰ ਸਕਦੇ ਹਨ। ਉਹ ਉਨੀ ਹੀ ਸੁਰੱਖਿਅਤ ਹੈ ਜਿੰਨੀ ਕਿ ਰਵਾਇਤੀ ਜਿਹੜਾ ਪਹਿਲਾਂ ਸੀ ਉਨੀ ਹੀ ਸੁਰੱਖਿਅਤ ਹੈ, ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਬੈਂਕ ਆਪਣੇ ਗ੍ਰਾਹਕਾਂ ਨੂੰ ਸੁਰੱਖਿਅਤ ਪ੍ਰਦਾਨ ਕਰਨ ਲਈ ਸੁਰੱਖਿਅਤ ਪਾਸਵਰਡ, ਠੀਕ ਹੈ, ਅਤੇ ਸੁਰੱਖਿਅਤ ਵੈਬਸਾਈਟ ਪ੍ਰਦਾਨ ਕਰਦੇ ਹਨ। ਇਸ ਨਾਲ ਬੈਂਕ ਦੇ ਭਰੋਸੇਯੋਗਤਾ ਵੱਧਦੀ ਹੈ। ਸੋ ਉਹੀ ਹੈ ਬੱਚੇ, ਔਨਲਾਈਨ ਜੇ ਤੁਸੀਂ ਕਰ ਰਹੇ ਹੋ ਸਾਰਾ ਕੁਛ ਪੇਟੀਐਮ ਵਗੈਰਾ ਚਲਾ ਰਹੇ ਹੋ, ਠੀਕ ਹੈ, ਮਤਲਬ ਸਿੰਪਲ ਮੀਨਿੰਗ ਹੈ ਈ ਬੈਂਕਿੰਗ ਦਾ ਮਤਲਬ ਹੁੰਦਾ ਇਲੈਕਟ੍ਰੋਨਿਕ ਬੈਂਕਿੰਗ, ਠੀਕ ਹੈ। ਇਲੈਕਟ੍ਰੋਨਿਕ ਮੀਡੀਅਮ ਦਾ ਯੂਜ਼ ਕਰਕੇ ਬੈਂਕਿੰਗ ਕਰਨਾ, ਬੈਂਕਿੰਗ ਦੇ ਸਾਰੇ ਸੁਵਿਧਾ ਲੈਣੇ, ਇਸ ਨੂੰ ਹੀ ਈ ਬੈਂਕਿੰਗ ਕਿਹਾ ਜਾਂਦਾ ਹੈ। ਨੈਕਸਟ ਬੱਚੇ ਤੁਹਾਡਾ ਪ੍ਰਸ਼ਨ ਹੈ ਕਿ ਵਿਸ਼ਵੀਕਰਨ ਦਾ ਦੇਸ਼ ਵਿਚਲੇ ਛੋਟੇ ਉਤਪਾਦਕਾਂ 'ਤੇ ਕੀ ਪ੍ਰਭਾਵ ਪਿਆ। ਬੱਚੇ ਵਿਸ਼ਵੀਕਰਨ ਨਾਲ ਕੀ ਹੋਇਆ, ਦੇਖੋ ਵਿਸ਼ਵੀਕਰਨ ਦੇ ਨੀਤੀ ਨੇ ਛੋਟੇ ਉਤਪਾਦਕਾਂ ਅਤੇ ਵਪਾਰੀਆਂ 'ਤੇ ਬਹੁਤ ਮਾੜਾ ਅਸਰ ਪਾਇਆ। ਕਿਉਂਕਿ ਅਜਿਹੇ ਕਈ ਘਰੇਲੂ ਉਤਪਾਦ ਜਿਨ੍ਹਾਂ ਦੇ ਉਤਪਾਦ ਆਯਾਤ ਕੀਤੀਆਂ ਜਾਣ ਵਾਲੀਆਂ ਵਸਤੂਆਂ ਵਰਗੇ ਨਹੀਂ ਸਨ, ਉਹ ਉਤਪਾਦਕ ਆਪਣੇ ਉਤਪਾਦਨ ਦੀ ਗੁਣਵੱਤਾ ਵਿੱਚ ਆਯਾਤ ਕੀਤੀਆਂ ਜਾਂਦੀਆਂ ਵਸਤੂਆਂ ਦਾ ਮੁਕਾਬਲਾ ਨਹੀਂ ਕਰ ਸਕੇ, ਠੀਕ ਹੈ। ਨਤੀਜੇ ਵਜੋਂ ਇਹਨਾਂ ਨੂੰ ਆਪਣੇ ਕਾਰੋਬਾਰ ਤੋਂ ਹੱਥ ਧੋਣੇ ਪਏ। ਸੋ ਸੈਡ। ਨੈਕਸਟ ਬੱਚੇ ਪੰਜਵਾਂ ਹੈਗਾ ਕਿ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿਖੇ ਬਿਤਾਏ ਜੀਵਨ ਦਾ ਵੇਰਵਾ ਦੇਣਾ ਹੈ ਤੁਸੀਂ। ਸੋ ਕਹਿੰਦੇ ਆ ਕਿ 1552 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਜਾ ਵਸੇ। ਉਹ ਆਪਣੇ ਅੰਤਲੇ ਸਮੇਂ ਵਿੱਚ ਉੱਥੇ ਹੀ ਰਹੇ। ਇਸ ਕਾਲ ਵਿੱਚ ਗੁਰੂ ਜੀ ਨੇ ਆਪਣੇ ਉਦੇਸ਼ਾਂ ਨੂੰ ਨਿਸ਼ਚਿਤ ਰੂਪ ਵਿੱਚ ਦਿੱਤਾ, ਠੀਕ ਹੈ। ਉਹਨਾਂ ਨੇ ਉੱਥੇ ਹੀ ਵਾਰ ਮਲਾਰ, ਵਾਰ ਮਾਝ, ਵਾਰ ਆਸਾ ਜਪੂ ਜੀ, ਠੀਕ ਹੈ, ਓਂਕਾਰ, ਪੱਟੀ, ਠੀਕ ਹੈ, ਥਿਤ, ਬਾਰਮਾਹ ਆਦਿ ਬਾਣੀਆਂ ਦੀ ਰਚਨਾ ਕੀਤੀ, ਠੀਕ ਹੈ। ਗੁਰੂ ਸਾਹਿਬ ਨੇ ਉੱਥੇ ਸੰਗਤ ਪੰਗਤ ਦੀ ਨੀਂਹ ਰੱਖੀ, ਜਿਸ ਨਾਲ ਮਨੁੱਖ ਜਾਤੀ ਵਿੱਚੋਂ ਉੱਚ ਨੀਚ ਦਾ ਫਰਕ ਮਿਟ ਗਿਆ। ਜਦੋਂ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਉਹਨਾਂ ਦਾ ਅੰਤਲਾ ਸਮਾਂ ਨੇੜੇ ਆ ਰਿਹਾ ਹੈ ਤਾਂ ਉਹਨਾਂ ਨੇ ਭਾਈ ਲਹਿਣਾ ਨੂੰ ਸਭ ਤੋਂ ਯੋਗ ਸਮਝਦਿਆਂ ਹੋਇਆ ਉਹਨਾਂ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ। ਬਾਅਦ ਵਿੱਚ ਭਾਈ ਲਹਿਣਾ ਸਿੱਖਾਂ ਦੇ ਦੂਜੇ ਗੁਰੂ ਬਣੇ ਅਤੇ ਉਹਨਾਂ ਨੇ ਖੇਤੀ ਵੀ ਕਰਤਾਰਪੁਰ ਸਾਹਿਬ ਵਿਖੇ ਕੀਤੀ ਸੀ, ਤੁਸੀਂ ਇਹ ਵੀ ਲਿਖ ਸਕਦੇ ਹੋ, ਠੀਕ ਹੈ। ਬਸ ਇੰਨਾ ਚੇਤਾ ਰੱਖਣਾ ਕਿ ਉੱਥੇ 1552 ਈਸਵੀ ਵਿੱਚ ਪਰਿਵਾਰ ਦੇ ਨਾਲ ਗੁਰੂ ਜੀ ਗਏ ਸੀਗੇ। ਉੱਥੇ ਉਹਨਾਂ ਨੇ ਬਹੁਤ ਸਾਰੀਆਂ ਬਾਣੀ ਦੀ ਰਚਨਾ ਕੀਤੀ, ਲੋਕਾਂ ਨੂੰ ਉਪਦੇਸ਼ ਦਿੱਤੇ, ਊਚ ਨੀਚ ਦਾ ਫਰਕ ਮਿਟਾਇਆ, ਉੱਥੇ ਖੇਤੀ ਵਗੈਰਾ ਕੀਤੀ ਅਤੇ ਆਪਣਾ ਅੰਤਲਾ ਸਮਾਂ ਉੱਥੇ ਹੀ ਬਿਤਾਇਆ, ਅੰਤਿਮ ਸਮੇਂ ਉੱਥੇ ਹੀ ਬਿਤਾਇਆ। ਅਤੇ ਇਹ ਸਾਡੇ ਜਿਹੜੇ ਸੈਕਿੰਡ ਗੁਰੂ ਜੀ ਸੀਗੇ, ਠੀਕ ਹੈ, ਉਹਨਾਂ ਦਾ ਵੀ ਚਯਨ ਉੱਥੇ ਹੀ ਕੀਤਾ ਗਿਆ। ਕਲੀਅਰ। ਸੋ 6ਵਾਂ ਪ੍ਰਸ਼ਨ ਹੈਗਾ ਕਿ ਗੁਰੂ ਅਮਰਦਾਸ ਜੀ ਨੇ ਵਿਆਹ ਦੀਆਂ ਰੀਤੀਆਂ ਵਿੱਚ ਕੀ ਸੁਧਾਰ ਕੀਤੇ। ਸੋ ਗੁਰੂ ਅਮਰਦਾਸ ਜੀ ਦੇ ਸਮੇਂ ਜਾਤੀ ਮਤਭੇਦ ਦਾ ਰੋਸ ਇੰਨਾ ਕੁ ਵੱਧ ਚੁੱਕਾ ਸੀ ਕਿ ਲੋਕ ਆਪਣੀ ਜਾਤੀ ਤੋਂ ਬਾਹਰ ਵਿਆਹ ਕਰਨਾ ਧਰਮ ਦੇ ਵਿਰੁੱਧ ਸਮਝਦੇ ਸਨ। ਗੁਰੂ ਜੀ ਦੇ ਵਿਸ਼ਵਾਸ ਸੀ ਕਿ ਅਜਿਹੇ ਰੀਤੀ ਰਿਵਾਜ ਲੋਕਾਂ ਵਿੱਚ ਫੂਟ ਪਾਉਂਦੇ ਹਨ। ਇਸ ਲਈ ਉਹਨਾਂ ਨੇ ਮਤਭੇਦ ਭੁਲਾ ਕੇ ਸਿੱਖਾਂ ਨੂੰ ਅੰਤਰਜਾਤੀ ਵਿਆਹ ਕਰਨ ਦਾ ਹੁਕਮ ਦਿੱਤਾ। ਗੁਰੂ ਜੀ ਨੇ ਵਿਆਹ ਦੀਆਂ ਰੀਤੀਆਂ ਵਿੱਚ ਸੁਧਾਰ ਕੀਤੀਆਂ। ਉਹਨਾਂ ਨੇ ਅਨੰਤਨਾਮੀ ਬਾਣੀ ਦੀ ਰਚਨਾ ਕੀਤੀ। ਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਜਨਮ, ਵਿਆਹ ਅਤੇ ਹੋਰ ਖੁਸ਼ੀ ਦੇ ਮੌਕਿਆਂ ਵਿੱਚ ਆਨੰਦ ਸਾਹਿਬ ਦਾ ਪਾਠ ਕਰਨ। ਉਸ ਤੋਂ ਬਾਅਦ ਬੱਚੋਂ 7ਵਾਂ ਪ੍ਰਸ਼ਨ ਹੈ ਕਿ ਸਿੰਧ ਦੀ ਸਮੱਸਿਆ ਦੇ ਬਾਰੇ ਦੱਸੋ, ਠੀਕ ਹੈ। ਇਹ ਕਹਿੰਦੇ ਕਿ ਸਿੰਧ ਪੰਜਾਬ ਦੇ ਦੱਖਣ ਪੱਛਮ ਵਿੱਚ ਸਿੰਧ ਦਰਿਆ ਦੇ ਦੋਵੇਂ ਪਾਸੇ ਸਥਿਤ ਮਹੱਤਵਪੂਰਨ ਪ੍ਰਦੇਸ਼ ਹੈ। ਸਿੰਧ ਦੇ ਆਲੇ ਦੁਆਲੇ ਪ੍ਰਦੇਸ਼ਾਂ ਨੂੰ ਜਿੱਤਣ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਨੇ ਸਿੰਧ ਨੂੰ ਜਿੱਤਣ ਦਾ ਫੈਸਲਾ ਕੀਤਾ, ਪਰ ਭਾਰਤ ਦੇ ਗਵਰਨਰ ਨੇ ਮਹਾਰਾਜੇ 'ਤੇ ਰੋਕ ਲਾਉਣ ਲਈ
ਰੋਪਰ ਵਿਖੇ ਉਸ ਨਾਲ ਮੁਲਾਕਾਤ ਰੱਖ ਲਈ ਜੋ 26 ਅਕਤੂਬਰ 1831 ਵਿੱਚ ਹੋਈ। ਦੂਜੇ ਪਾਸੇ ਕਰਨਲ ਪੋਟਿੰਗਰ ਨੂੰ ਸਿੱਧਾ ਅਮੀਰਾਂ ਨਾਲ ਵਪਾਰਿਕ ਸੰਧੀ ਕਰਨ ਲਈ ਭੇਜ ਦਿੱਤਾ ਗਿਆ। ਜਦੋਂ ਰਣਜੀਤ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨੂੰ ਬੜਾ ਦੁੱਖ ਹੋਇਆ। ਸਿੱਟੇ ਵਜੋਂ ਅੰਗਰੇਜ਼ ਸਿੱਖਾਂ ਦੇ ਸੰਬੰਧਾਂ ਵਿੱਚ ਦਰਾਰ ਪੈਣ ਲੱਗੀ। ਠੀਕ ਹੈ, ਐਨ ਬੱਚੇ ਲਾਸਟ ਪ੍ਰਸ਼ਨ ਤੁਹਾਡਾ ਹੈ ਕੀ ਹੈ ਕਿ ਇਹ ਰਾਜ ਦੇ ਮੁੱਖ ਮੰਤਰੀ ਦੀ ਨਿਯੁਕਤੀ ਦਾ ਵਰਣਨ ਕਰੋ। ਸੋ ਬੱਚੇ ਕਹਿੰਦੇ ਸਧਾਰਨ ਚੋਣਾਂ ਤੋਂ ਬਾਅਦ ਰਾਜਪਾਲ ਵਿਧਾਨ ਸਭਾ ਵਿੱਚ ਬਹੁਦਲ ਨੇਤਾ ਜਾਂ ਅਜਿਹੇ ਨੇਤਾ ਨੂੰ ਜਿਸ ਨੂੰ ਵਿਧਾਨ ਸਭਾ ਵਿੱਚ ਬਹੁਮਤ ਪ੍ਰਾਪਤ ਹੋਈ ਮੁੱਖ ਮੰਤਰੀ ਨਿਯੁਕਤ ਕਰਦਾ ਹੈ। ਠੀਕ ਹੈ, ਉਸ ਤੋਂ ਬਾਅਦ ਕੀ ਹੁੰਦਾ ਹੈ, ਉਸ ਤੋਂ ਬਾਅਦ ਵਿਚਲੀ ਸਥਿਤੀ ਵਿੱਚ ਰਾਜਪਾਲ ਨੂੰ ਆਪਣੀ ਵਿਵੇਕਸ਼ੀਲ ਸ਼ਕਤੀ ਦੀ ਵਰਤੋਂ ਕਰਕੇ ਮੁੱਖ ਮੰਤਰੀ ਨਿਯੁਕਤ ਕਰਨ ਦਾ ਮੌਕਾ ਮਿਲਦਾ ਹੈ। ਅਜਿਹੀ ਸਥਿਤੀ ਵਿੱਚ ਮੁੱਖ ਮੰਤਰੀ ਨੂੰ ਇੱਕ ਨਿਸ਼ਚਿਤ ਸਮੇਂ ਵਿੱਚ ਰਾਜ ਦੀ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਸਿੱਧ ਕਰਨਾ ਪੈਂਦਾ ਹੈ। ਮੁੱਖ ਮੰਤਰੀ ਦੀ ਸਲਾਹ ਤੇ ਰਾਜਪਾਲ ਹੋਰ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ। ਸੋ ਈਜ਼ੀ। ਉਸ ਤੋਂ ਬਾਅਦ ਸੱਸਾ ਭਾਗ ਹੈ। ਸੱਸਾ ਭਾਗ ਦੇ ਵਿੱਚ ਬੱਚੇ ਤੁਹਾਨੂੰ 4 ਪ੍ਰਸ਼ਨ ਦਿੱਤੇ ਹੋਣੇ ਆ, 5-5 ਨੰਬਰ ਦੇ ਹੈ। ਠੀਕ ਹੈ, ਚਲੋ ਆਪਾਂ ਇਹ ਵੀ ਸੋਲਵ ਕਰਦੇ ਹਾਂ। ਸੋ ਜਿਵੇਂ ਕਿ ਤੁਹਾਨੂੰ ਪਹਿਲਾ ਪ੍ਰਸ਼ਨ ਦਿੱਤਾ ਹੋਇਆ ਕਿ ਰਵਾਇਤੀ ਵਰਖਾ ਜਲ ਪ੍ਰਬੰਧਨ ਨੂੰ ਅਜੋਕੇ ਸਮੇਂ ਵਿੱਚ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ, ਜਾਂ ਇਹਦਾ ਦੂਸਰਾ ਪਾਰਟ ਹੈ ਕਿ ਭਾਰਤ ਵਿੱਚ ਕਪਾਹ ਦੇ ਉਤਪਾਦਨ ਬਾਰੇ ਵਿਸਥਾਰ ਨਾਲ ਲਿਖੋ। ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਚਲੋ ਆਪਾਂ ਕਰਦੇ ਹਾਂ। ਸਭ ਤੋਂ ਪਹਿਲਾਂ ਭਾਰਤ ਵਿੱਚ ਕਪਾਹ ਦੇ ਉਤਪਾਦਨ ਬਾਰੇ ਵਿਸਥਾਰ ਵਿੱਚ ਲਿਖਦੇ ਹਾਂ। ਦੇਖੋ, ਭਾਰਤ ਵਿੱਚ ਕਪਾਹ ਉਤਪਾਦਨ ਬਾਰੇ ਵਿਸਥਾਰ ਨਾਲ ਲਿਖੋ। ਸੋ ਦੇਖੋ, ਬਹੁਤ ਹੀ ਈਜ਼ੀ ਆਨਸਰ ਹੈ, ਧਿਆਨ ਨਾਲ ਸਮਝੋ। ਕਹਿੰਦੇ ਕਪਾਹ ਨੂੰ ਰੇਸ਼ੇ ਵਾਲੀਆਂ ਫਸਲਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਕਪਾਹ ਦੇ ਉਤਪਾਦਨ ਲਈ ਲੋੜੀਂਦੇ ਹਾਲਾਤ ਹੇਠਾਂ ਲਿਖੇ ਅਨੁਸਾਰ ਹਨ। ਦੇਖੋ ਕਿੱਦਾਂ ਦੇ ਹਾਲਾਤ ਹੋਣੇ ਚਾਹੀਦੇ ਹਨ ਫਿਰ ਕਪਾਹ ਉਗਦੇ ਹਨ। ਪਹਿਲਾ ਹੈ ਕਿ ਤਾਪਮਾਨ 20 ਡਿਗਰੀ ਤੋਂ 30 ਡਿਗਰੀ ਤੱਕ ਹੋਣਾ ਚਾਹੀਦਾ ਹੈ ਤਾਂ ਹੀ ਕਪਾਹ ਉਗਣਗੇ। ਠੀਕ ਹੈ, ਕੋਹਰੇ ਤੋਂ ਬਗੈਰ ਮੌਸਮ ਘੱਟੋ ਘੱਟ 210 ਦਿਨ ਹੋਣੇ ਚਾਹੀਦੇ ਹਨ। ਜਿੱਦਾਂ ਕਿ ਕੋਹਰੇ ਪੈਂਦੇ ਆ ਪੰਜਾਬ 'ਚ, ਠੀਕ ਹੈ, ਇੱਦਾਂ ਫਿਰ ਇਹ ਨਹੀਂ ਹੋਣੇ ਚਾਹੀਦੇ। ਠੀਕ ਹੈ, 210 ਦਿਨ ਇੱਦਾਂ ਦੇ ਹੋਣੇ ਚਾਹੀਦੇ ਹਨ, ਕੋਹਰੇ ਨਾ ਪੈਣ। ਓਕੇ। ਸੈਕਿੰਡ ਬੱਚਿਓ ਕਿ ਮਿੱਟੀ ਕਿੱਦਾਂ ਦਾ ਚਾਹੀਦਾ, ਮਿੱਟੀ ਕਾਲੀ ਮਿੱਟੀ ਹੋਣੀ ਚਾਹੀਦੀ ਹੈ ਜਾਂ ਰੈਗੂਲਰ ਮਿੱਟੀ ਕਾਫੀ ਫਾਇਦੇਮੰਦ ਮੰਨੀ ਜਾਂਦੀ ਹੈ। ਠੀਕ ਹੈ, ਉਸ ਤੋਂ ਬਾਅਦ ਥਰਡ ਹੈਗਾ ਬੱਚਿਓ ਕਿ ਕਿਸਮ। ਠੀਕ ਹੈ, ਕਪਾਹ ਦੀਆਂ ਮੁੱਖ ਤੌਰ 'ਤੇ 3 ਕਿਸਮਾਂ ਹੁੰਦੀਆਂ ਹਨ, ਲੰਬੇ ਰੇਸ਼ੇ ਵਾਲੀ, ਦਰਮਿਆਨੇ ਐਂਡ ਛੋਟੇ ਰੇਸ਼ੇ ਵਾਲੀ। ਠੀਕ ਹੈ, ਸੋ ਲੰਬੇ ਰੇਸ਼ੇ ਵਾਲੀ ਕਪਾਹ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਫੋਰਥ ਬੱਚੇ ਕਪਾਹ ਉਤਪਾਦਨ ਰਾਜ ਕਿੱਥੇ ਜ਼ਿਆਦਾ ਉਤਪਾਦਨ ਹੁੰਦਾ ਹੈ। ਦੇਖੋ ਭਾਰਤ ਵਿੱਚ ਗੁਜਰਾਤ ਹੋ ਗਿਆ, ਤਾਮਿਲਨਾਡੂ ਹੋ ਗਿਆ, ਪੰਜਾਬ, ਹਰਿਆਣਾ, ਠੀਕ ਹੈ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼। ਠੀਕ ਹੈ, ਇਹ ਸਾਰੇ ਉਹ ਰਾਜ ਜਿੱਥੇ ਕਪਾਹ ਉਤਪਾਦਨ ਕੀਤੇ ਜਾਂਦੇ ਹਨ। ਠੀਕ ਹੈ, ਈਜ਼ੀ ਹੈ ਨਾ ਪੁਆਇੰਟਸ। ਇਹਦੇ ਵਿੱਚ ਕੀ ਯਾਦ ਰੱਖਣਾ ਹੈ, ਤਾਪਮਾਨ ਚਾਹੀਦਾ 20 ਤੋਂ 30 ਡਿਗਰੀ ਸੈਲਸੀਅਸ। ਠੀਕ ਹੈ, ਕੋਹਰੇ ਤੋਂ ਬਿਨਾਂ 210 ਦਿਨ, ਮਿੱਟੀ ਚਾਹੀਦੀ ਕਾਲੀ ਜਾਂ ਰੈਗੂਲਰ। ਉਸ ਤੋਂ ਬਾਅਦ ਕਿਸਮ 3 ਤਰ੍ਹਾਂ ਦੇ ਆ। ਠੀਕ ਹੈ, ਲੰਬੇ ਰੇਸ਼ੇ, ਮੀਡੀਅਮ ਤੇ ਛੋਟੇ ਵਾਲੇ। ਠੀਕ ਹੈ, ਤੇ ਜਿਹੜੇ ਉਗਾਏ ਜਾਂਦੇ ਕਿਹੜੇ ਜਗ੍ਹਾ ਤੇ, ਗੁਜਰਾਤ, ਤਾਮਿਲਨਾਡੂ, ਹਰਿਆਣਾ, ਪੰਜਾਬ ਤਾਂ ਉੱਦਾਂ ਹੀ ਯਾਦ ਰੱਖਿਓ। ਠੀਕ ਹੈ, ਰਾਜਸਥਾਨ, ਮੱਧ ਪ੍ਰਦੇਸ਼ ਆਲੇ ਦੁਆਲੇ ਸਾਰੇ ਉਗਾਉਂਦੇ ਆ। ਠੀਕ ਹੈ, ਓਕੇ ਬੱਚਿਓ। ਟੀਵੀ ਵਿੱਚ ਤੁਸੀਂ ਦੇਖੇ ਹੋਣਾ ਕਿ ਵਰਖਾ ਨੂੰ ਛੱਤਾਂ ਉੱਪਰ ਸਟੋਰ ਕਰਦੇ ਆ, ਫਿਰ ਪਾਈਪਾਂ ਦੀ ਸਹਾਇਤਾ ਨਾਲ ਉਹਨੂੰ ਜ਼ਮੀਨ ਵਿੱਚ ਸਟੋਰ ਕੀਤਾ ਜਾਂਦਾ। ਠੀਕ ਹੈ, ਖੱਡਾ ਕਰਕੇ ਉਹਦੇ ਵਿੱਚ ਯਾਨੀ ਕਿ ਧਰਤੀ ਹੇਠਾਂ ਭੇਜਿਆ ਜਾਂਦਾ ਹੈ। ਸੋ ਇਸੇ ਚੀਜ਼ ਨੂੰ ਰਵਾਇਤੀ ਵਰਖਾ ਜਲ ਪ੍ਰਬੰਧਨ ਕਿਹਾ ਜਾਂਦਾ ਹੈ। ਠੀਕ ਹੈ, ਇੱਕ ਵਾਰੀ ਇਹਨੂੰ ਰੀਡ ਕਰ ਲਓ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਕੁਐਸਚਨ ਕੀਤਾ ਸੀ ਉਹ ਜ਼ਿਆਦਾ ਈਜ਼ੀ ਸੀ, ਉਸ ਨੂੰ ਲਿਖ ਲੂੰਗੇ ਤਾਂ ਜ਼ਿਆਦਾ ਈਜ਼ੀ ਰਹਿਣਾ ਹੈ। ਠੀਕ ਹੈ, ਇਹਨੂੰ ਵੀ ਰੀਡ ਕਰਕੇ ਤੁਸੀਂ ਕਰ ਸਕਦੇ ਆ। ਆਪਾਂ ਦੋਵਾਂ ਵਿੱਚ ਕੋਈ ਇੱਕ ਹੀ ਕਰਨਾ ਹੈ, ਜ਼ਿਆਦਾ ਟਾਈਮ ਵੇਸਟ ਨਹੀਂ ਕਰਨਾ ਆਪਾਂ। ਠੀਕ ਹੈ, ਉਸ ਤੋਂ ਬਾਅਦ ਬੱਚੇ ਸੈਕਿੰਡ ਪ੍ਰਸ਼ਨ ਹੈ ਕਿ ਕੀ ਸਾਰੇ ਇਸ਼ਤਿਹਾਰ ਭਰੋਸੇਯੋਗ ਹੁੰਦੇ ਹਨ, ਉਦਾਹਰਨ ਸਹਿਤ ਲਿਖੋ, ਵਿਆਖਿਆ ਕਰੋ। ਠੀਕ ਹੈ, ਉਦਾਹਰਨ ਵੀ ਦੇਣੀ ਹੈ। ਨਾਲ ਹੀ ਹੈ ਕਿ ਬੀਮੇ ਦੇ ਲਾਭ ਦਾ ਵਰਣਨ ਆਪਣੇ ਸ਼ਬਦਾਂ ਵਿੱਚ ਕਰੋ। ਚਲੋ ਦੋਨਾਂ ਦੇ ਆਨਸਰ ਦੇਖਦੇ ਹਾਂ ਆਪਾਂ। ਸਾਰੇ ਇਸ਼ਤਿਹਾਰ ਭਰੋਸੇਯੋਗ ਹੁੰਦੇ ਹਨ, ਉਦਾਹਰਨ ਸਹਿਤ ਵਿਆਖਿਆ ਕਰੋ। ਠੀਕ ਹੈ, ਸੋ ਬੱਚੋ ਨਹੀਂ, ਇਹਦਾ ਆਨਸਰ ਹੈਗਾ ਕਿ ਨਹੀਂ, ਸਾਰੇ ਇਸ਼ਤਿਹਾਰ ਭਰੋਸੇਯੋਗ ਨਹੀਂ ਹੁੰਦੇ ਹਨ ਕਿਉਂਕਿ ਕਈ ਕੰਪਨੀਆਂ ਅਜਿਹੀਆਂ ਹੋ ਸਕਦੀਆਂ ਹਨ ਜੋ ਗ੍ਰਾਹਕਾਂ ਨਾਲ ਧੋਖੇਬਾਜ਼ੀ ਕਰਦੀਆਂ ਹਨ। ਕਈ ਕੰਪਨੀਆਂ ਇਸ਼ਤਿਹਾਰ ਦਿੰਦੀਆਂ ਹਨ ਕਿ ਉਹਨਾਂ ਦਾ ਉਤਪਾਦ ਬੱਚਿਆਂ ਦੇ ਖਾਣ ਲਈ ਸਿਹਤਮੰਦ ਹੈ, ਅਸਲ ਵਿੱਚ ਉਹ ਬੱਚਿਆਂ ਲਈ ਸਿਹਤਮੰਦ ਨਹੀਂ ਹੁੰਦਾ। ਕਈ ਵਾਰ ਇੱਕ ਮੋਬਾਈਲ ਨੈਟਵਰਕ ਕੰਪਨੀ ਸਭ ਤੋਂ ਤੇਜ਼ ਨੈਟਵਰਕ ਦੀ ਮਸ਼ਹੂਰੀ ਕਰਦੀ ਹੈ ਪਰ ਵਰਤਨ ਵਿੱਚ ਅਜਿਹਾ ਨਹੀਂ ਹੁੰਦਾ। ਠੀਕ ਹੈ, ਅਜਿਹੀਆਂ ਧਾਰਨਾਵਾਂ ਗਲਤ ਇਸ਼ਤਿਹਾਰਬਾਜ਼ੀ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ ਜਿੱਥੇ ਉਪਭੋਗਤਾ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਸੋ ਬੱਚੇ ਤੁਸੀਂ
ਇਹ ਐਗਜ਼ਾਮਪਲ ਦੇ ਦੇਣੀ ਹੈ, ਠੀਕ ਹੈ। ਐਨ ਧਿਆਨ ਨਾਲ ਲਿਖ ਦੇਣਾ ਕਿ ਕਿਸੇ ਵੀ ਚੀਜ਼ ਦੀ ਭਰੋਸੇਯੋਗਤਾ ਉਸ ਦੀ ਵਰਤੋਂ ਤੋਂ ਬਾਅਦ ਹੀ ਪਤਾ ਲੱਗਦਾ, ਠੀਕ ਹੈ। ਇਸ਼ਤਿਹਾਰਬਾਜ਼ੀ ਨੂੰ ਦੇਖ ਕੇ ਯਕੀਨ ਨਹੀਂ ਕਰਨਾ ਚਾਹੀਦਾ ਹੈ। ਈਜ਼ੀ ਹੈ ਨਾ। ਜੇ ਤੁਸੀਂ ਚਾਹੋ ਤਾਂ ਇਹ ਵੀ ਕਰ ਸਕਦੇ ਹੋ ਕਿ ਬੀਮੇ ਦੇ ਲਾਭ ਦਾ ਵਰਣਨ ਕਰੋ। ਬੀਮੇ ਦਾ ਕੀ ਲਾਭ ਹੁੰਦਾ ਹੈ, ਠੀਕ ਹੈ। ਸਭ ਤੋਂ ਪਹਿਲਾਂ ਵਿਅਕਤੀ ਨੂੰ ਕੀ ਲਾਭ ਹੁੰਦਾ ਹੈ। ਬੱਚੇ ਵਿਅਕਤੀ ਨੂੰ ਜਿਹੜੇ ਅਨਿਸ਼ਚਿਤ ਘਟਨਾਵਾਂ, ਠੀਕ ਹੈ, ਅਚਾਨਕ ਹੋਣ ਵਾਲੇ, ਠੀਕ ਹੈ, ਉਹਦੇ ਤੋਂ ਬਚਿਆ ਜਾ ਸਕਦਾ ਹੈ ਬੀਮੇ ਲਈ, ਠੀਕ ਹੈ। ਇਸ ਦਾ ਸਮਾਜ ਨੂੰ ਵੀ ਕੀ ਲਾਭ ਹੁੰਦਾ, ਤੁਸੀਂ ਬੀਮਾ ਕਰਾਉਂਦੇ, ਤੁਹਾਨੂੰ ਪਤਾ ਹੀ ਜੇ ਐਕਸੀਡੈਂਟ ਹੋ ਗਿਆ ਤੁਹਾਨੂੰ ਬਿਮਾਰੀਆਂ ਵਗੈਰਾ ਤੋਂ, ਹਾਦਸੇ ਤੋਂ ਬਚਾਉਣ ਲਈ ਬੀਮਾ ਕੀਤਾ ਜਾਂਦਾ ਹੈ। ਵਿਅਕਤੀ ਨੂੰ ਲਾਭ ਹੋ ਗਿਆ। ਅਤੇ ਸਮਾਜ ਨੂੰ ਕੀ ਲਾਭ ਹੁੰਦਾ, ਦੇਖੋ ਸਮਾਜ ਨੂੰ ਵੀ ਲਗਭਗ 3 ਤਰ੍ਹਾਂ ਦੇ ਲਾਭ ਹੈ। ਦੇਖੋ ਬੱਚੇ, ਇੱਕ ਵਿਅਕਤੀ ਨੂੰ ਲਾਭ, ਦੂਸਰਾ ਸਮਾਜ ਨੂੰ ਲਾਭ, ਤੀਸਰਾ ਸਾਡੀ ਅਰਥ ਵਿਵਸਥਾ ਯਾਨੀ ਕਿ ਦੇਸ਼ ਨੂੰ ਕੀ ਲਾਭ ਹੁੰਦਾ ਹੈ, ਠੀਕ ਹੈ। ਸੋ ਵਿਅਕਤੀ ਨੂੰ ਤਾਂ ਪਤਾ ਹੀ ਹੈ ਕਿ ਜੇ ਕੋਈ ਦੁਰਘਟਨਾ ਘਟ ਜਾਂਦੀ ਹੈ, ਠੀਕ ਹੈ, ਅਤੇ ਉਹਨਾਂ ਨੂੰ ਪੈਸੇ ਮਿਲ ਜਾਂਦਾ ਹੈ। ਸਮਾਜ ਨੂੰ ਕੀ ਲਾਭ ਹੁੰਦਾ, ਦੇਖੋ ਕਹਿੰਦੇ ਜਦੋਂ ਸਾਨੂੰ ਅਣਸੁਖਾਵੀਂ ਹਾਲਾਤਾਂ ਵਿੱਚ ਬੀਮੇ ਤੋਂ ਮਦਦ ਪ੍ਰਾਪਤ ਹੁੰਦੀ ਹੈ ਅਤੇ ਇਸ ਨਾਲ ਵਿਅਕਤੀ ਕਹਿੰਦੇ ਇਸ ਨਾਲ ਆਮਦਨ ਵਿੱਚ ਕਮੀ ਨਹੀਂ ਆਉਂਦੀ, ਠੀਕ ਹੈ, ਜਿਸ ਨਾਲ ਉਸ ਦਾ ਜੀਵਨ ਪੱਧਰ ਵਿੱਚ ਵਾਧਾ ਹੁੰਦਾ ਹੈ। ਸੋ ਇਹ ਸਮਾਜ ਵਿੱਚ ਅਤੇ ਉਹ ਸਮਾਜ ਦੇ ਵਿਕਾਸ ਲਈ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ। ਸੋ ਇਹ ਹੋ ਗਏ ਸਮਾਜਿਕ ਲਾਭ। ਥਰਡ ਵਿੱਚ ਅਰਥ ਵਿਵਸਥਾ ਨੂੰ ਸਾਡੀ ਕੀ ਲਾਭ ਹੁੰਦੀ ਹੈ ਕਿ ਸਰਕਾਰ ਨੂੰ ਦੇਸ਼ ਦਾ ਆਰਥਿਕ ਵਿਕਾਸ ਕਰਨ ਲਈ ਧਨ ਦੀ ਲੋੜ ਹੁੰਦੀ ਹੈ ਅਤੇ ਸਰਕਾਰ ਇਹਨਾਂ ਕੰਪਨੀਆਂ ਤੋਂ ਇਹ ਧਨ ਲੈ ਕੇ ਦੇਸ਼ ਦੇ ਵਿਕਾਸ ਦੇ ਕੰਮਾਂ ਵਿੱਚ ਸੜਕ ਨਿਰਮਾਣ, ਪੁਲ ਨਿਰਮਾਣ, ਸਕੂਲ, ਕਾਲਜ ਆਦਿ ਬਣਾਉਂਦੇ ਹਨ। ਬੱਚੇ ਜਿਹੜੇ ਤੁਸੀਂ ਨਾ ਪੈਸਾ ਇਨਵੈਸਟ ਕਰਦੇ ਹੋ ਬੀਮਾ ਕੰਪਨੀ ਵਿੱਚ, ਉਹ ਪੈਸਾ ਉਹ ਕੋਲ ਨਹੀਂ ਰੱਖਦੇ ਆ, ਉਹ ਪੈਸਾ ਅੱਗੇ ਸਰਕਾਰ ਨੂੰ ਵੱਧ ਵਿਆਜ 'ਤੇ ਦਿੰਦੇ ਆ ਅਤੇ ਸਰਕਾਰ ਉਸ ਚੀਜ਼ ਨੂੰ ਦੇਸ਼ ਦੀ ਤਰੱਕੀ ਵਿੱਚ ਲਗਾਉਂਦੇ ਆ ਅਤੇ ਇਹਨਾਂ ਨੂੰ ਵਿਆਜ ਵੀ ਦਿੰਦੇ ਆ, ਠੀਕ ਹੈ। ਨੈਕਸਟ ਥਰਡ ਪ੍ਰਸ਼ਨ ਹੈਗਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ, ਠੀਕ ਹੈ। ਚਲੋ ਇਹ ਵਾਲਾ ਕਰ ਲੈਂਦੇ ਹਾਂ। ਨਾਲ ਹੀ ਹੈ ਕਿ ਨੌਜਵਾਨ ਸਭਾ 'ਤੇ ਨੋਟ ਲਿਖੋ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ। ਸੋ ਬੱਚੋ ਇਹ ਬਹੁਤ ਹੀ ਵੱਡਾ ਕੁਐਸਚਨ ਬਣ ਸਕਦਾ ਹੈ, ਬਟ ਤੁਸੀਂ ਸ਼ਾਰਟ ਕਰਕੇ ਵੀ ਲਿਖ ਸਕਦੇ ਹੋ, ਠੀਕ ਹੈ। ਸੋ ਦੇਖੋ ਤੁਸੀਂ ਇੱਕ ਪੂਰੀ ਲੇਖ ਹੀ ਲਿਖ ਦੇਣਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ। ਸੋ ਪਹਿਲਾ ਜਨਮ ਤੋਂ ਬਚਪਨ, ਕਹਿੰਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਈਸਵੀ ਨੂੰ ਪਟਨਾ ਵਿਖੇ ਹੋਇਆ, ਠੀਕ ਹੈ। ਉਹਨਾਂ ਦੇ ਮਾਤਾ ਜੀ ਦਾ ਨਾਂ ਗੁਜਰੀ ਅਤੇ ਉਹ ਗੁਰੂ ਤੇਗ ਬਹਾਦਰ ਜੀ ਦੇ ਇਕਲੌਤੇ ਪੁੱਤਰ ਸਨ, ਠੀਕ ਹੈ। ਸੈਕਿੰਡ ਸਿੱਖਿਆ, ਚੱਕ ਨਾਨਕੀ ਵਿਖੇ ਗੁਰੂ ਜੀ ਨੇ ਕਾਜੀ ਪੀਰ ਮੁਹੱਬਤ ਤੋਂ ਫਾਰਸੀ, ਪੰਡਿਤ ਹਰਜਸ਼ ਤੋਂ ਸੰਸਕ੍ਰਿਤ ਅਤੇ ਰਾਜਪੂਤ ਵਜਰ ਸਿੰਘ ਤੋਂ ਘੋੜਸਵਾਰ ਅਤੇ ਸ਼ਸਤਰ ਚਲਾਉਣ ਦੀ ਸਿੱਖਿਆ ਲਈ ਅਤੇ ਭਾਈ ਸਤੀ ਦਾਸ ਤੋਂ ਗੁਰਮੁਖੀ ਦਾ ਗਿਆਨ ਪ੍ਰਾਪਤ ਕੀਤਾ, ਠੀਕ ਹੈ। ਤੀਸਰਾ ਬੱਚੇ ਗੁਰਗੱਦੀ ਪ੍ਰਾਪਤੀ ਅਤੇ ਪਿਤਾ ਦੀ ਸ਼ਹੀਦੀ 1675 ਈਸਵੀ ਯਾਨੀ ਕਿ 66 ਤੋਂ ਬਾਅਦ 1675, ਜਦੋਂ ਕਿ 9 ਸਾਲ ਦੇ ਹੀ ਸੀਗੇ ਉਹ, ਠੀਕ ਹੈ, ਗੁਰੂ ਜੀ। ਸੋ ਉਹ ਈਸਵੀ ਵਿੱਚ ਕਸ਼ਮੀਰੀ ਪੰਡਤਾਂ 'ਤੇ ਹੋ ਰਹੇ ਮੁਗਲ ਅਤਿਆਚਾਰ ਕਾਰਨ ਬਾਲਕ ਗੁਰੂ ਰਾਏ ਜੀ ਦੇ ਕਹਿਣ 'ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲੀਦਾਨ ਦੇਣ ਦਾ ਨਿਸ਼ਚਾ ਕੀਤਾ, ਠੀਕ ਹੈ। ਉਹ ਗੁਰੂ ਗੋਬਿੰਦ ਰਾਏ ਨੂੰ ਗੁਰਗੱਦੀ ਸੌਂਪ ਕੇ ਆਪ ਦਿੱਲੀ ਚਲੇ ਗਏ ਅਤੇ 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਅਤੇ ਉਹਨਾਂ ਦੀਆਂ ਸਾਥੀਆਂ ਨੂੰ ਦਿੱਲੀ ਵਿੱਚ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਬੱਚੇ ਚੌਥਾ ਪੁਆਇੰਟ ਕਿ ਗੁਰੂ ਜੀ ਦਾ ਵਿਆਹ ਦੇਖੋ ਮਾਤਾ ਜੀਤੋ ਨਾਲ ਹੋਇਆ, ਜਿਨ੍ਹਾਂ ਦਾ ਦੂਜਾ ਨਾਮ ਮਾਤਾ ਸੁੰਦਰੀ ਅਤੇ ਅੰਮ੍ਰਿਤ ਛਕਣ ਤੋਂ ਬਾਅਦ ਮਾਤਾ ਸਾਹਿਬ ਕੌਰ ਹੋਇਆ, ਠੀਕ ਹੈ। ਗੁਰੂ ਜੀ ਦੇ 4 ਪੁੱਤਰ ਸਨ, ਤੁਹਾਨੂੰ ਪਤਾ ਹੀ ਹੋਣਾ ਹੈ, 4 ਸਾਹਿਬਜ਼ਾਦੇ ਦੇ ਨਾਮ ਨਾਲ ਜਾਣੇ ਗਏ। ਉਸ ਤੋਂ ਬਾਅਦ ਬੱਚੇ ਸੈਨਾ ਦਾ ਸੰਗਠਨ ਕੀਤਾ ਉਹਨਾਂ ਨੇ, ਠੀਕ ਹੈ। ਰਾਜਸੀ ਚਿੰਨ੍ਹ, ਤੁਹਾਨੂੰ ਪਤਾ ਰਾਜਸੀ ਚਿੰਨ੍ਹ ਉਹਨਾਂ ਨੇ, ਅਤੇ ਉਹ ਗੁਰੂ ਜੀ ਨੇ ਆਪਣੇ ਦਾਦਾ ਗੁਰੂ ਹਰਗੋਬਿੰਦ ਜੀ ਵਾਂਗ ਰਾਜਸੀ ਚਿੰਨ੍ਹਾਂ ਨੂੰ ਅਪਣਾਇਆ। ਉਹ ਆਪਣੇ ਦਸਤਾਰ 'ਤੇ ਕਲਗੀ ਸਜਾਉਣ ਲੱਗੇ ਅਤੇ ਰਾਜ ਗੱਦੀ ਵਾਂਗ ਉਹਨਾਂ ਦੇ ਬਿਰਾਜਮਾਨ ਵੀ ਹੋਣ ਲੱਗੇ, ਠੀਕ ਹੈ। ਉਹਨਾਂ ਨੇ ਇੱਕ ਨਗਾਰਾ ਬਣਾਇਆ ਜਿਸ ਦਾ ਨਾਮ ਰਣਜੀਤ ਨਗਾਰਾ ਸੀ। ਉਸ ਤੋਂ ਬਾਅਦ ਵਿੱਚ ਖਾਲਸਾ ਸਾਜਨਾ ਤੋਂ ਪਹਿਲਾਂ ਦੀ ਲੜਾਈ, ਫਿਰ 1688 ਵਿੱਚ ਗੁਰੂ ਜੀ ਨੇ ਭੰਗਾਣੀ ਦੀ ਜੰਗ ਲੜੀ, ਠੀਕ ਹੈ। ਜਿੱਤ ਕੇ ਗੁਰੂ ਜੀ ਨੇ ਅਨੰਦਪੁਰ ਸਾਹਿਬ ਆ ਕੇ ਉੱਥੇ ਆਨੰਦਗੜ੍ਹ, ਕੇਸ਼ਗੜ੍ਹ, ਲੋਹਗੜ੍ਹ ਅਤੇ ਫਤਿਹਗੜ੍ਹ ਨਾਮੀ 4 ਕਿਲ੍ਹਿਆਂ ਦੀ ਉਸਾਰੀ ਕੀਤੀ, ਠੀਕ ਹੈ। ਉਸ ਤੋਂ ਬਾਅਦ ਬੱਚੇ ਖਾਲਸਾ ਪੰਥ ਦੀ ਸਾਜਨਾ ਕੀਤੀ ਉਹਨਾਂ ਨੇ, ਠੀਕ ਹੈ। ਸੋ ਇੱਕ ਵਾਰੀ ਪੜ੍ਹ ਲਓ, ਤੁਸੀਂ ਜ਼ਿਆਦਾ ਨਹੀਂ ਲਿਖਣਾ ਕਿਉਂਕਿ ਨਹੀਂ ਲਿਖ ਪਾਓਗੇ, ਜਿੰਨਾ ਕੁ ਲਿਖ ਪਾਓਗੇ ਤੁਹਾਨੂੰ ਨੰਬਰ ਮਿਲ ਜਾਣਾ ਹੈ, ਠੀਕ ਹੈ ਬੱਚਿਓ। ਸੋ ਨੈਕਸਟ ਦੇਖਦੇ ਹਾਂ। ਸੋ ਇੱਕ ਜ਼ਰੂਰ ਪੁਆਇੰਟ ਇੱਥੇ ਕਰ ਲੈਣਾ ਕਿ ਆਪਾਂ ਜੋਤੀ ਜੋਤ ਸਮਾਉਣਾ, ਠੀਕ ਹੈ। ਸੋ 1708 ਈਸਵੀ ਵਿੱਚ ਗੁਰੂ ਜੀ ਨੰਦੇੜ ਪਹੁੰਚੇ, ਉੱਥੇ ਉਹਨਾਂ ਨੇ ਮਾਧੋ ਦਾਸ ਨੂੰ
ਬਹਾਦਰ ਦੇ ਰੂਪ ਵਿੱਚ ਪੰਜਾਬ ਭੇਜਿਆ। ਸਰਹਿੰਦ ਦੇ ਫੌਜਦਾਰ ਨੇ 2 ਪਠਾਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਹੱਤਿਆ ਕਰਨ ਲਈ ਨੰਦੇੜ ਭੇਜਿਆ। ਉਹਨਾਂ ਵਿੱਚੋਂ ਇੱਕ ਨੇ ਉਚਿਤ ਮੌਕਾ ਵੇਖ ਕੇ ਗੁਰੂ ਜੀ ਦੇ ਢਿੱਡ ਵਿੱਚ ਛੁਰਾ ਖੋਪ ਦਿੱਤਾ। ਇੱਕ ਵਾਰ ਤਾਂ ਇਹ ਜ਼ਖਮ ਠੀਕ ਹੋ ਗਿਆ, ਪਰ ਬਾਅਦ ਵਿੱਚ ਕਮਾਨ ਦਾ ਚੀਲਾ ਚੜਾਉਣ ਸਮੇਂ ਉਹ ਜ਼ਖਮ ਫਿਰ ਵਿਗੜ ਗਿਆ ਤੇ ਗੁਰੂ ਜੀ 7 ਅਗਸਤ 1708 ਈਸਵੀ ਨੂੰ ਜੋਤੀ ਜੋਤ ਸਮਾ ਗਏ। ਉਸ ਤੋਂ ਬਾਅਦ ਵਿੱਚ ਲਾਸਟ ਪ੍ਰਸ਼ਨ ਹੈਗਾ ਕਿ ਸੰਸਦ ਵਿੱਚ ਇੱਕ ਬਿੱਲ ਕਾਨੂੰਨ ਕਿਵੇਂ ਬਣਦਾ ਹੈ ਜਾਂ ਕਿਵੇਂ ਪਾਸ ਹੁੰਦਾ ਹੈ, ਜਾਂ ਇਸ ਦੇ ਨਾਲ ਹੀ ਹੈ ਕਿ ਲੋਕਤੰਤਰ ਨੂੰ ਸਫਲ ਬਣਾਉਣ ਦੀਆਂ ਸ਼ਰਤਾਂ ਲਿਖੋ। ਠੀਕ ਹੈ, ਚਲੋ ਦੋਨਾਂ ਦੇ ਆਨਸਰ ਦੇਖ ਲੈਂਦੇ ਹਾਂ। ਜੋ ਸੰਸਦ ਵਿੱਚ ਇੱਕ ਬਿੱਲ ਨੂੰ ਕਿਵੇਂ ਪਾਸ ਕੀਤਾ ਜਾਂਦਾ ਹੈ, ਠੀਕ ਹੈ। ਸੋ ਦੇਖੋ, ਕਹਿੰਦੇ ਕਿ ਸੰਸਦ ਵਿੱਚ ਇੱਕ ਬਿੱਲ ਨੂੰ ਕਾਨੂੰਨ ਬਣਨ ਲਈ ਕਈ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ, ਜਿਹਦੇ ਵਿੱਚ ਕਿ ਫਸਟ ਹੈ ਕਿ ਜਦੋਂ ਸਦਨ ਵਿੱਚ ਬਿੱਲ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਤੇ ਉਦੇਸ਼ ਅਤੇ ਇਸ ਨੂੰ ਪੇਸ਼ ਕਰਨ ਦੇ ਕਾਰਨ ਦੱਸੇ ਜਾਂਦੇ ਹਨ। ਬਿੱਲ ਦੇ ਇਸ ਪੜਾਅ ਵਿੱਚ ਤੇ ਬਹਿਸ ਨਹੀਂ ਹੁੰਦੀ। ਇਸ ਪ੍ਰਕਿਰਿਆ ਨੂੰ ਬਿੱਲ ਦੀ ਪਹਿਲੀ ਪੜਤ ਕਿਹਾ ਜਾਂਦਾ ਹੈ। ਸੈਕਿੰਡ ਪੁਆਇੰਟ, ਬਿੱਲ ਦੀ ਦੂਜੀ ਪੜਤ ਦੌਰਾਨ ਇਸ ਤੇ ਬਹਿਸ ਹੁੰਦੀ ਹੈ। ਠੀਕ ਹੈ, ਬਿੱਲ ਦੇ ਹਰੇਕ ਅਨੁਛੇਦ, ਧਾਰਾ ਤੇ ਇਹ ਵਿਸਥਾਰ ਨਾਲ ਬਹਿਸ ਕੀਤੀ ਜਾਂਦੀ ਹੈ ਅਤੇ ਬਿੱਲ ਵਿੱਚ ਕੁਝ ਪਰਿਵਰਤਨ ਵੀ ਕੀਤੇ ਜਾਂਦੇ ਹਨ। ਕਈ ਵਾਰ ਬਿੱਲ ਵਿਸ਼ੇਸ਼ ਜਾਂ ਕਿਸੇ ਛੋਟੀ ਕਮੇਟੀ ਪਾਸ ਭੇਜ ਦਿੱਤਾ ਜਾਂਦਾ ਹੈ। ਠੀਕ ਹੈ, ਉਸ ਤੋਂ ਬਾਅਦ ਵਿੱਚ ਥਰਡ ਪੜਾਅ ਜਿਹੜੇ ਆ, ਬਿੱਲ ਦੇ ਤੀਜੇ ਪੜਾਅ 'ਚ ਸਮੁੱਚੇ ਤੌਰ 'ਤੇ ਬਿੱਲ ਉੱਤੇ ਵੋਟਾਂ ਪਾਈਆਂ ਜਾਂਦੀਆਂ ਹਨ। ਜੇਕਰ ਸਦਨ ਦਾ ਬਹੁਮਤ ਬਿੱਲ ਪਾਸ ਕਰਨ ਦੇਵੇ ਤਾਂ ਇਹ ਬਿੱਲ ਸਦਨ ਵਿੱਚ ਪਾਸ ਹੋ ਜਾਂਦਾ ਹੈ। ਫੋਰਥ ਪੁਆਇੰਟ, ਇੱਕ ਸਦਨ ਵਿੱਚੋਂ ਪਾਸ ਹੋਣ ਉਪਰੰਤ ਇੱਕ ਬਿੱਲ ਦੂਜੇ ਸਦਨ ਵਿੱਚ ਵਿਚਾਰ ਲਈ ਭੇਜਿਆ ਜਾਂਦਾ ਹੈ। ਦੂਜੇ ਸਦਨ ਵਿੱਚ ਬਿੱਲ ਉਹਨਾਂ ਹੀ ਪੜਾਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਅਗਰ ਇਹ ਸਦਨ ਵੀ ਬਿੱਲ ਪਾਸ ਕਰ ਦਿੰਦਾ ਹੈ ਤਾਂ ਇਹ ਬਿੱਲ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਪੇਸ਼ ਕੀਤਾ ਜਾਂਦਾ ਹੈ। ਠੀਕ ਹੈ, ਐਂਡ ਲਾਸਟ ਹੈ ਬੱਚੇ ਕਿ ਇਹ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਇਹ ਬਿੱਲ ਪਾਸ ਹੋ ਜਾਂਦਾ ਹੈ। ਠੀਕ ਹੈ, ਕਾਨੂੰਨ ਬਣ ਜਾਂਦਾ ਹੈ। ਕਲੀਅਰ। ਅਗਲਾ ਪ੍ਰਸ਼ਨ ਸੀ ਬੱਚੇ, ਲੋਕਤੰਤਰ ਨੂੰ ਸਫਲ ਬਣਾਉਣ ਦੀਆਂ ਸ਼ਰਤਾਂ ਦੱਸੋ। ਸੋ ਲੋਕਤੰਤਰ ਨੂੰ ਸਫਲ ਬਣਾਉਣ ਲਈ ਉੱਚ ਕੋਟੀ ਦੇ ਨੇਤਾ, ਉਹਨਾਂ ਦੀ ਉੱਚੀ ਸੋਚ, ਸੁੱਚਾ ਵਿਵਹਾਰ ਅਤੇ ਚੇਤਨਾ ਦੇ ਸੁਲਝੇ ਹੋਏ ਨਾਗਰਿਕ ਹੋਣੇ ਜ਼ਰੂਰੀ ਹਨ। ਠੀਕ ਹੈ, ਪਹਿਲਾ ਪੁਆਇੰਟ ਕਿ ਨੇਤਾ ਉੱਚੇ ਹੋਣੇ ਚਾਹੀਦੇ ਹਨ। ਠੀਕ ਹੈ, ਉੱਚੇ ਨਹੀਂ ਮਤਲਬ ਕਿ ਉਹਨਾਂ ਦੇ ਸੋਚ, ਵਿਚਾਰ ਸਾਰੇ ਕੁਝ ਉੱਚੇ ਹੋਣੇ ਚਾਹੀਦੇ ਹਨ। ਠੀਕ ਹੈ, ਸੈਕਿੰਡ ਹੈ ਲੋਕਤੰਤਰ ਦੀ ਸਫਲਤਾ ਲਈ ਹਰੇਕ ਨਾਗਰਿਕ ਚੰਗੇ ਆਚਰਣ ਵਾਲਾ, ਚੇਤਨ, ਪੜ੍ਹਿਆ ਲਿਖਿਆ, ਵਿਵੇਕਸ਼ੀਲ, ਸਮਝਦਾਰ, ਜ਼ਿੰਮੇਵਾਰ ਅਤੇ ਜਨਤਕ ਮਾਮਲਿਆਂ ਵਿੱਚ ਦਿਲਚਸਪੀ ਰੱਖਣ ਵਾਲਾ ਹੋਣਾ ਚਾਹੀਦਾ ਹੈ। ਦੂਸਰਾ ਫਿਰ ਨਾਗਰਿਕ ਵੀ ਹੋਣੇ ਚਾਹੀਦੇ ਵਧੀਆ। ਤੀਸਰਾ ਬੱਚੇ ਸਮਾਜ ਵਿੱਚ ਚੰਗੇ ਯੋਗ ਨੇਤਾ, ਸਮਾਜਿਕ ਆਰਥਿਕ ਸਮਾਨਤਾਵਾਂ, ਸੁਤੰਤਰ ਅਤੇ ਨਿਰਪੱਖ ਪ੍ਰੈਸ, ਨਿਆਂਪਾਲਿਕਾ, ਚੰਗੇ ਰਾਜਨੀਤਿਕ ਸੰਗਠਿਤ ਦਲ ਅਤੇ ਨਾਗਰਿਕਤਾ ਵਿੱਚ ਸਹਿਣਸ਼ੀਲਤਾ, ਸਹਿਨਯੋਗ ਦਾ ਹੋਣਾ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਹੈ। ਫਿਰ ਉਸ ਤੋਂ ਬਾਅਦ ਸਮਾਜ ਸਾਡੇ ਚੰਗੇ ਹੋਣੇ ਚਾਹੀਦੇ ਹੈ। ਐਂਡ ਫੋਰਥ ਬੱਚੇ ਲੋਕਤੰਤਰ ਦੀ ਰੱਖਿਆ ਲਈ ਸਦਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਨਾਗਰਿਕਾਂ ਵਿੱਚ ਅਧਿਕਾਰ ਦੀ ਰੱਖਿਆ ਅਤੇ ਕਰਤੱਵਾਂ ਦਾ ਪਾਲਣ ਕਰਨ ਦੀ ਇੱਛਾ ਬੇਹੱਦ ਜ਼ਰੂਰੀ ਹੈ। ਠੀਕ ਹੈ, ਸੋ ਇਹ ਫੋਰਥ ਕੁਐਸਚਨ ਤੁਹਾਡੇ ਕੰਪਲੀਟ ਹੋ ਗਏ। ਹਾਂਜੀ ਬੱਚਿਓ, ਉਸ ਤੋਂ ਬਾਅਦ ਹਾਹਾ ਭਾਗ, ਇਹਦੇ ਵਿੱਚ ਤੁਸੀਂ 4 ਪ੍ਰਸ਼ਨਾਂ ਦੇ ਆਨਸਰ ਇਸ ਪੈਰੇ ਦੇ ਵਿੱਚੋਂ ਹੀ ਦੇਣੇ ਆ ਤੇ ਤੁਹਾਡੇ 4 ਨੰਬਰ ਈਜ਼ੀਲੀ ਮਿਲ ਜਾਣੇ, ਇਸ ਕਰਕੇ ਟੈਨਸ਼ਨ ਲੈਣ ਦੀ ਬਿਲਕੁਲ ਵੀ ਲੋੜ ਹੈ ਨਹੀਂ। ਠੀਕ ਹੈ, ਸੋ ਦੇਖ ਲੈਂਦੇ ਹਾਂ ਫਿਰ ਵੀ ਆਨਸਰ। ਫਰਸਟ ਹੈ ਕਿ ਪ੍ਰਤੀ ਵਿਅਕਤੀ ਆਮਦਨ ਦਾ ਕੀ ਮਹੱਤਵ ਹੁੰਦਾ ਹੈ। ਸੋ ਬੱਚੇ ਇਸ ਪੈਰੇ ਨੂੰ ਰੀਡ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਣਾ ਹੈ। ਦੇਖੋ ਕਹਿੰਦੇ ਕਿ ਪ੍ਰਤੀ ਵਿਅਕਤੀ ਆਮਦਨ, ਕਹਿੰਦੇ ਕਿ ਪ੍ਰਤੀ ਵਿਅਕਤੀ ਆਮਦਨ ਵਾਲੇ ਦੇਸ਼ ਨੂੰ ਉੱਚ ਆਮਦਨੀ ਜਾਂ ਅਮੀਰ ਦੇਸ਼ ਕਿਹਾ ਜਾਂਦਾ ਹੈ। ਠੀਕ ਹੈ, ਸੋ ਜਿਸ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਜ਼ਿਆਦਾ ਹੈ ਉਸ ਨੂੰ ਅਮੀਰ ਤੇ ਉੱਚ ਆਮਦਨੀ ਵਾਲਾ ਦੇਸ਼ ਕਿਹਾ ਜਾਂਦਾ ਹੈ, ਇਸ ਕਰਕੇ ਇਹਦਾ ਮਹੱਤਵ ਹੈ। ਠੀਕ ਹੈ, ਸੈਕਿੰਡ ਹੈ ਕਿ ਪ੍ਰਤੀ ਵਿਅਕਤੀ ਆਮਦਨ ਦੇ ਆਧਾਰ 'ਤੇ ਦੇਸ਼ਾਂ ਦੇ ਕਿਹੜੇ ਵਰਗ ਹਨ। ਸੋ ਬੱਚੇ ਦੇਖੋ ਕਹਿੰਦੇ ਆ ਕਿ ਘੱਟ ਪ੍ਰਤੀ ਵਿਅਕਤੀ ਵਾਲੇ ਦੇਸ਼ਾਂ ਨੂੰ ਘੱਟ ਆਮਦਨ ਵਾਲੇ ਦੇਸ਼ ਕਿਹਾ ਜਾਂਦਾ ਹੈ। ਠੀਕ ਹੈ, ਅਤੇ ਵੱਧ ਪ੍ਰਤੀ ਵਿਅਕਤੀ ਆਮਦਨ ਵਾਲੇ ਦੇਸ਼ਾਂ ਨੂੰ ਕੀ ਕਿਹਾ ਜਾਂਦਾ ਹੈ, ਅਮੀਰ ਕਿਹਾ ਜਾਂਦਾ ਹੈ। ਠੀਕ ਹੈ, ਈਜ਼ੀ ਹੈ ਨਾ, 2 ਵਰਗਾਂ ਵਿੱਚ ਵੰਡਿਆ ਗਿਆ ਹੈ। ਥਰਡ ਹੈਗਾ ਕਿ ਆਰਥਿਕ ਵਰਗੀਕਰਨ ਨੂੰ ਨਿਰਧਾਰਿਤ ਕਰਨ ਲਈ ਕਿਹੜੀ ਇਕਾਈ ਜ਼ਿੰਮੇਵਾਰ ਹੈ। ਠੀਕ ਹੈ, ਕਹਿੰਦੇ ਆਰਥਿਕ ਵਰਗੀਕਰਨ ਨੂੰ ਨਿਰਧਾਰਿਤ ਕਰਨ ਲਈ ਕਿਹੜੀ ਇਕਾਈ ਜ਼ਿੰਮੇਵਾਰ ਹੈ। ਬੱਚੇ ਦੇਖੋ ਇਹਦੇ ਲਈ ਕੀ ਜ਼ਿੰਮੇਦਾਰ ਹੈ, ਆਮਦਨ।
ਆਮਦਨ ਨੂੰ ਸਭ ਤੋਂ ਮਹੱਤਵਪੂਰਨ ਗੁਣਾਂ ਵਿੱਚੋਂ ਇੱਕ ਮੰਨਿਆ ਗਿਆ, ਠੀਕ ਹੈ। ਸੋ ਆਮਦਨ ਹੀ ਉਹਦੇ ਲਈ ਜ਼ਿੰਮੇਵਾਰ ਹੈ, ਜਿਨ੍ਹਾਂ ਕੋਲ ਆਮਦਨ ਹੈ ਉਹੀ ਉਹਦੇ ਅਮੀਰ ਹੈ, ਨਹੀਂ ਤਾਂ ਨਹੀਂ ਹੈ। ਸੋ ਕਹਿੰਦੇ $, ਕਿਹੜੇ ਦੇਸ਼ ਦੀ ਮੁਦਰਾ ਹੈ? ਕਿਹੜੇ ਦੇਸ਼ ਦੀ ਮੁਦਰਾ ਹੈ ਦੱਸੋ? ਕਿੱਥੇ ਦਾ? ਅਮਰੀਕਾ ਦਾ ਹੈ। ਓਕੇ, ਯੂਨਾਈਟਿਡ ਸਟੇਟ ਅਮਰੀਕਾ। ਸੋ ਬੱਚੋ ਨੈਕਸਟ ਹੈ ਤੁਹਾਡੇ 4 ਨੰਬਰ ਦੇ 2 ਤੁਹਾਨੂੰ ਦਿੱਤੇ ਹੋਏ ਆ ਕਿ ਤੁਸੀਂ ਨਕਸ਼ੇ ਵਿੱਚ ਦਿਖਾਉਣਾ ਹੈ, ਠੀਕ ਹੈ। ਆਈ ਹੋਪ ਇਹ ਤੁਸੀਂ ਕਰੀ ਲੂੰਗੇ ਚੰਗੀ ਤਰ੍ਹਾਂ। ਤੇ ਕੋਈ ਵੀ ਡਾਊਟ ਹੋਵੇ ਮੈਨੂੰ ਕਮੈਂਟ ਕਰ ਸਕਦੇ ਆ। ਬਾਕੀ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ। ਕੀਪ ਲਰਨਿੰਗ, ਕੀਪ ਸਮਾਈਲਿੰਗ। ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ।